गुड मॉर्निंग क्लास। ਅੱਜ ਆਪਾਂ ਸ਼ੁਰੂ ਕਰਦੇ ਹਾਂ ਇੱਕ ਪੋਲੀਟੀਕਲ ਦਾ ਇੱਕ ਇੰਪੋਰਟੈਂਟ ਟੌਪਿਕ ਜਿਸ ਦਾ ਨਾਮ ਕੀ ਹੈ ਆਰਗੇਨਾਈਜੇਸ਼ਨ ਆਫ ਇੰਡੀਆ। ਤਾਂ ਸ਼ੁਰੂ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੀਆਂ ਕੁਝ ਆਰਗੇਨਾਈਜੇਸ਼ਨ ਕੁਝ ਸੈਂਟਰ ਦੇ ਲੈਵਲ 'ਤੇ ਔਰ ਕੁਝ ਸਟੇਟ ਦੇ ਲੈਵਲ 'ਤੇ ਵਰਕ ਕਰਦੀਆਂ ਨੇ। ਤਾਂ ਉਹਨਾਂ ਨੂੰ ਆਪਾਂ ਨੇ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਅਕੋਰਡਿੰਗ ਟੂ ਇੰਡੀਅਨ ਕੌਂਸਟੀਟਿਊਸ਼ਨ। ਜੋ ਆਪਣੇ ਕੋਲ ਬੋਡੀਜ਼ ਨੇ, ਜੋ ਆਰਗੇਨਾਈਜੇਸ਼ਨ ਨੇ, ਉਹਨਾਂ ਨੂੰ ਆਪਾਂ ਨੇ ਦੋ ਪ੍ਰਕਾਰ ਦੇ ਵਿੱਚ ਵੰਡਿਆ ਹੋਇਆ ਹੈ। ਔਰ ਉਹ ਦੋ ਪ੍ਰਕਾਰ ਕਿਹੜੇ ਕਿਹੜੇ ਨੇ, ਜਿਵੇਂ ਕਿ ਆਪਾਂ ਨੂੰ ਲਿਖਿਆ ਹੋਇਆ ਦਿਖ ਹੀ ਰਿਹਾ ਕਿ ਨੋਨ ਕੌਂਸਟੀਟਿਊਸ਼ਨਲ ਐਂਡ ਕੌਂਸਟੀਟਿਊਸ਼ਨਲ, ਨੋਨ ਕੌਂਸਟੀਟਿਊਸ਼ਨਲ ਐਂਡ ਕੌਂਸਟੀਟਿਊਸ਼ਨਲ ਬੋਡੀ। ਤਾਂ ਇਹਨਾਂ 'ਚ ਫ਼ਰਕ ਕੀ ਹੈ, ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਨੋਨ ਕੌਂਸਟੀਟਿਊਸ਼ਨਲ ਐਂਡ ਕੌਂਸਟੀਟਿਊਸ਼ਨਲ। ਤਾਂ ਨੋਨ ਕੌਂਸਟੀਟਿਊਸ਼ਨਲ ਉਹ ਬੋਡੀਜ਼ ਨੇ ਜੋ ਲਿਖਤ ਨਹੀਂ ਹਨ, ਜੋ ਕਿ ਰਿਟਨ ਨਹੀਂ ਹਨ, ਵਿਚ ਆਰ ਨੋਟ ਮੈਂਸ਼ਨ ਇਨ ਕੌਂਸਟੀਟਿਊਸ਼ਨ। ਜਦੋਂ ਆਪਣੇ ਕੋਲ ਕੌਂਸਟੀਟਿਊਸ਼ਨ ਸ਼ੁਰੂ ਦੇ ਵਿੱਚ ਬਣਿਆ ਸੀਗਾ ਤਾਂ ਜੋ ਬੋਡੀਜ਼ ਉਸ ਦੇ ਵਿੱਚ ਸ਼ੁਰੂ ਤੋਂ ਹੀ ਲਿਖੀਆਂ ਗਈਆਂ ਸੀਗੀਆਂ ਜਾਂ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਕਿਸੇ ਨਾ ਕਿਸੇ ਅਮੈਂਡਮੈਂਟ ਦੁਆਰਾ ਕੌਂਸਟੀਟਿਊਸ਼ਨ ਦੇ ਵਿੱਚ ਲਿਖਿਆ ਜਾ ਚੁੱਕਿਆ ਹੈ, ਤਾਂ ਉਹ ਸਾਰੀ ਦੀ ਸਾਰੀ ਬੋਡੀਜ਼ ਕੈਸੀਆਂ ਹੋਣਗੀਆਂ, ਕੌਂਸਟੀਟਿਊਸ਼ਨਲ। ਔਰ ਉਸ ਤੋਂ ਉਲਟ ਜੋ ਬੋਡੀਜ਼ ਕੌਂਸਟੀਟਿਊਸ਼ਨ ਦੇ ਵਿੱਚ ਲਿਖਿਤ ਨਹੀਂ ਹਨ, ਰਿਟਨ ਨਹੀਂ ਹਨ, ਮੈਂਸ਼ਨ ਨਹੀਂ ਹਨ, ਉਹ ਕੈਸੀ ਬੋਡੀਜ਼ ਹੋਣਗੀਆਂ, ਨੋਨ ਕੌਂਸਟੀਟਿਊਸ਼ਨਲ ਬੋਡੀਜ਼। ਤਾਂ ਅਗਰ ਆਪਾਂ ਗੱਲ ਕਰੀਏ ਡੈਫੀਨੇਸ਼ਨ 'ਤੇ ਤਾਂ ਵਿਚ ਆਰ ਨੋਟ ਮੈਂਸ਼ਨ ਇਨ ਕੌਂਸਟੀਟਿਊਸ਼ਨ, ਇਹ ਵੀ ਅੱਗੇ ਚੱਲ ਕੇ ਦੋ ਪ੍ਰਕਾਰ ਦੀਆਂ ਹੋਣਗੀਆਂ, ਦੋ ਕਿਸਮ ਦੀਆਂ ਹੋਣਗੀਆਂ, ਜਿਨ੍ਹਾਂ ਦੇ ਵਿੱਚੋਂ ਪਹਿਲੀ ਕੀ ਹੈ ਐਗਜ਼ੀਕਿਊਟਿਵ ਬੋਡੀ ਔਰ ਦੂਸਰੀ ਹੈ ਸਟੈਚੂਟਰੀ ਬੋਡੀ। ਐਗਜ਼ੀਕਿਊਟਿਵ ਤੋਂ ਹੀ ਪਤਾ ਚੱਲ ਰਿਹਾ, ਵਰਡ ਤੋਂ ਹੀ ਪਤਾ ਚੱਲ ਰਿਹਾ ਕਿ ਐਗਜ਼ੀਕਿਊਟ ਕਰਨਾ, ਕੰਮ ਕਰਨ ਵਾਲੇ ਕਾਰਜਪਾਲਿਕਾ, ਜਿਵੇਂ ਕਿ ਆਪਾਂ ਕਹਿੰਦੇ ਹਾਂ ਐਗਜ਼ੀਕਿਊਟਿਵ ਬੋਡੀ। ਤਾਂ ਇਹਨਾਂ ਨੂੰ ਕੌਣ ਮੈਂਸ਼ਨ ਕਰੇਗਾ, ਇਹਨਾਂ ਨੂੰ ਮੈਂਸ਼ਨ ਕਰੇਗੀ ਗਵਰਨਮੈਂਟ ਆਫ ਇੰਡੀਆ। ਤਾਂ ਗਵਰਨਮੈਂਟ ਆਫ ਇੰਡੀਆ ਜਾਂ ਫਿਰ ਕਿਸੇ ਵੀ ਗਵਰਨਮੈਂਟ ਦੀ ਕਿਸੇ ਵੀ ਇੱਕ ਮਿਨਿਸਟਰੀ ਦੁਆਰਾ ਇਹ ਕੀ ਕੀਤੀ ਜਾਏਗੀ, ਸੈਟਅਪ ਕੀਤੀ ਜਾਏਗੀ। ਤਾਂ ਡੈਫੀਨੇਸ਼ਨ ਵਿਚ ਆਰ ਸੈਟ ਅਪ ਬਾਏ ਗਵਰਨਮੈਂਟ ਆਫ ਇੰਡੀਆ ਔਰ ਐਨੀ ਮਿਨਿਸਟਰੀ ਆਫ ਗਵਰਨਮੈਂਟ ਆਫ ਇੰਡੀਆ। ਤਾਂ ਅਗਰ ਆਪਾਂ ਇਸ ਦੀ ਇੱਕ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਸੀਗਾ ਤਾਂ ਉਸ ਸਮੇਂ ਆਪਣੇ ਕੋਲ ਪੂਰੇ 5 ਸਾਲਾਂ ਦੇ 5 ਈਅਰ ਪਲਾਨ ਬਣਦੇ ਸੀਗੇ। ਤਾਂ ਉਸ 5 ਈਅਰ ਪਲਾਨ ਨੂੰ ਬਣਾਉਣ ਵਾਲੀ ਜੋ ਕਮੇਟੀ ਸੀਗੀ ਉਸ ਦਾ ਨਾਮ ਕੀ ਸੀਗਾ ਜੀ, ਪਲੈਨਿੰਗ ਕਮਿਸ਼ਨ। ਤਾਂ ਉਸ ਪਲੈਨਿੰਗ ਕਮਿਸ਼ਨ ਨੂੰ ਕਿਸ ਨੇ, ਉਸ ਸਮੇਂ ਦੇ ਜੋ ਆਪਣੇ ਕੋਲ PM ਸੀਗੇ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੇ ਆਪਣੇ ਹੀ ਬਿਹਾਫ ਦੇ ਉੱਪਰ ਗਵਰਨਮੈਂਟ ਆਫ ਇੰਡੀਆ ਦੇ ਅਕੋਰਡਿੰਗ ਕੀ ਬਣਾਈ ਸੀਗੀ, ਪਲੈਨਿੰਗ ਕਮਿਸ਼ਨ ਬਣਾਈ ਸੀਗੀ। ਤਾਂ ਇਹ ਇੱਕ ਐਗਜ਼ਾਮਪਲ ਹੈ ਕਿਸ ਚੀਜ਼ ਦੀ, ਨੋਨ ਕੌਂਸਟੀਟਿਊਸ਼ਨਲ ਬੋਡੀ ਦੀ। ਤਾਂ ਇਸ ਕਰਕੇ ਉਹਨਾਂ ਦੇ ਵਿੱਚੋਂ ਵੀ ਕਿਹੜੀ ਆ ਗਈ, ਪਲੈਨਿੰਗ ਕਮਿਸ਼ਨ, ਐਗਜ਼ੀਕਿਊਟਿਵ ਬੋਡੀ। ਤਾਂ ਇਸ ਦਾ ਕੰਮ ਕੀ ਸੀਗਾ, 5 ਈਅਰ ਪਲਾਨ ਨੂੰ ਬਣਾਉਣਾ। ਤਾਂ ਉਸ ਨੂੰ ਹੀ ਰਿਪਲੇਸ ਕਰਕੇ ਆਪਾਂ ਨੇ ਬਾਅਦ ਦੇ ਵਿੱਚ ਕੀ ਕੀਤਾ ਸੀਗਾ, ਨੀਤੀ ਆਯੋਗ ਬਣਾਈ ਸੀਗੀ, ਜਿਸ ਦਾ ਵੀ ਕੰਮ ਕੀ ਸੀਗਾ, ਪਲਾਨ ਬਣਾਉਣਾ। ਬਟ ਪਹਿਲਾਂ 5 ਸਾਲ ਦੇ ਬੰਦੇ ਸੀਗੇ, ਬਾਅਦ ਦੇ ਵਿੱਚ ਇਹਨਾਂ ਨੂੰ ਕੀ ਕਰ ਦਿੱਤਾ ਗਿਆ, 15 ਸਾਲ ਕਰ ਦਿੱਤਾ ਗਿਆ। ਤਾਂ ਇਸ ਕਰਕੇ ਨੀਤੀ ਆਯੋਗ ਕੀ ਹੈ, ਇਸ ਦੀ ਹੀ ਇੱਕ ਐਗਜ਼ਾਮਪਲ ਹੈ ਐਗਜ਼ੀਕਿਊਟਿਵ ਬੋਡੀ ਦੀ। ਤਾਂ ਇਹ ਸੈਟਅਪ ਕੀਤੀ ਜਾਂਦੀ ਹੈ ਬਾਈ ਗਵਰਨਮੈਂਟ ਆਫ ਇੰਡੀਆ ਔਰ ਇਸ ਨੂੰ ਖਤਮ ਵੀ ਕੌਣ ਕਰੇਗਾ, ਗਵਰਨਮੈਂਟ ਆਫ ਇੰਡੀਆ ਹੀ ਕਰ ਸਕਦਾ। ਮਤਲਬ ਕੀ ਹੈ ਕਿ ਜਿਵੇਂ ਨੀਤੀ ਆਯੋਗ, ਮੋਦੀ ਸਰਕਾਰ BJP ਨੇ ਆ ਕੇ ਨੀਤੀ ਆਯੋਗ ਬਣਾਇਆ ਹੈ, ਤਾਂ ਕੱਲ੍ਹ ਨੂੰ ਅਗਰ ਫਰਜ਼ ਕਰ ਲਓ ਕਿਸੇ ਔਰ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਆ ਕੇ ਉਹ ਨੀਤੀ ਆਯੋਗ ਨੂੰ ਕੀ ਕਰ ਸਕਦੀ ਹੈ, ਖਤਮ ਵੀ ਕਰ ਸਕਦੀ ਹੈ। ਤਾਂ ਠੀਕ ਹੈ ਨਾ। ਤਾਂ ਜੋ ਬੋਡੀਜ਼ ਜਿਸ ਦੁਆਰਾ ਬਣਾਈਆਂ ਜਾਣਗੀਆਂ ਉਸ ਦੁਆਰਾ ਹੀ ਉਹ ਖਤਮ ਵੀ ਕੀਤੀਆਂ ਜਾ ਸਕਦੀਆਂ ਨੇ। ਮਤਲਬ ਇਸ ਦੀ ਇੱਕ ਐਗਜ਼ਾਮਪਲ ਕੀ ਹੋਗੀ, ਨੀਤੀ ਆਯੋਗ। ਤਾਂ ਸਟੈਚੂਟਰੀ ਬੋਡੀ ਕੀ ਹੋਏਗੀ, ਉਹ ਬੋਡੀਜ਼ ਜੋ ਸੈਟਅਪ ਕੀਤੀ ਜਾਏਗੀ ਬਾਏ ਪਾਰਲੀਮੈਂਟ। ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਹੀ ਪਾਰਲੀਮੈਂਟ ਵਰਡ ਯੂਜ਼ ਹੈ ਤਾਂ ਉਸ ਦੇ ਵਿੱਚ ਕੀ ਹੋਏਗਾ, ਲੋਕ ਸਭਾ, ਰਾਜ ਸਭਾ ਔਰ ਪ੍ਰੈਜ਼ੀਡੈਂਟ। ਮਤਲਬ ਕੀ ਹੈ, ਜੋ ਬੋਡੀ ਬਿੱਲ ਪੇਸ਼ ਕਰਕੇ ਲੋਕ ਸਭਾ ਦੇ ਵਿੱਚ ਪਾਸ ਕਰਵਾ ਕੇ, ਰਾਜ ਸਭਾ ਦੇ ਵਿੱਚ ਪਾਸ ਕਰਵਾ ਕੇ ਔਰ ਫਿਰ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਦੇ ਸਾਈਨ ਕਰਵਾ ਕੇ ਜੋ ਬੋਡੀਜ਼ ਬਣਾਈਆਂ ਜਾਣਗੀਆਂ ਉਹਨਾਂ ਨੂੰ ਕੀ ਕਿਹਾ ਜਾਏਗਾ, ਸਟੈਚੂਟਰੀ ਬੋਡੀ। ਮਤਲਬ ਇਹਨਾਂ ਦੋਨੋਂ ਬੋਡੀਜ਼ ਦੇ ਵਿੱਚ ਫ਼ਰਕ ਕੀ ਹੈ ਕਿ ਇਸ ਦੇ ਵਿੱਚ ਸਿਰਫ ਔਰ ਸਿਰਫ ਕੰਮ ਕੌਣ ਕਰੇਗੀ, ਮਤਲਬ ਇਸ ਦੇ ਵਿੱਚ ਕੌਣ ਬਣਾਉਣ ਦੇ ਵਿੱਚ ਕੰਮ ਕਰੇਗੀ, ਸਿਰਫ ਔਰ ਸਿਰਫ ਗਵਰਨਮੈਂਟ ਆਫ ਇੰਡੀਆ ਜੋ ਰੂਲਿੰਗ ਪਾਰਟੀ ਹੈ। ਬਟ ਇਸ ਦੇ ਵਿੱਚ ਕੀ ਹੋਏਗਾ, ਓਪੋਜੀਸ਼ਨ ਦਾ ਵੀ ਕੀ ਹੋਏਗਾ, ਰੋਲ ਹੋਏਗਾ। ਤਾਂ ਇਸ ਦੀ ਇੱਕ ਐਗਜ਼ਾਮਪਲ ਦੇ ਤੌਰ 'ਤੇ ਗੱਲ ਕਰੀਏ, ਜਿਵੇਂ ਕਿ ਆਪਣੇ ਕੋਲ ਕੀ ਹੈ, ਸੇਬੀ ਹੈ, ਸੇਬੀ ਹੈ, ਨਾਬਾਰਡ ਹੈ, ਠੀਕ ਹੈ ਨਾ, RBI ਹੈ, ਵੱਖਰੀ ਵੱਖਰੀ ਬੋਡੀਜ਼ ਨੇ ਜੋ ਇਸ ਦੀ ਕੀ ਨੇ ਐਗਜ਼ਾਮਪਲ ਨੇ। ਤਾਂ ਇਹਨਾਂ ਦੋਨਾਂ ਵਿੱਚ ਫ਼ਰਕ ਕੀ ਹੈ, ਸਿਰਫ ਔਰ ਸਿਰਫ ਕਿ ਇਸ ਦੇ ਵਿੱਚ ਸਿਰਫ ਔਰ ਸਿਰਫ ਸਰਕਾਰ ਆਪਣਾ ਰੋਲ ਪਲੇ ਕਰੇਗੀ ਔਰ ਇਸ ਦੇ ਵਿੱਚ ਕੌਣ ਪਲੇ ਕਰੇਗੀ ਰੋਲ, ਦੋਨੋਂ ਪਾਰਟੀਆਂ ਯਾਨੀ ਕਿ ਰੂਲਿੰਗ ਵੀ ਔਰ ਓਪੋਜੀਸ਼ਨ ਵੀ। ਤਾਂ ਇਹ ਸਾਰੀ ਗੱਲ ਕਿਸ ਦੀ ਹੋਗੀ, ਆਪਣੇ ਕੋਲੇ ਨੋਨ ਕੌਂਸਟੀਟਿਊਸ਼ਨਲ ਬੋਡੀਜ਼। ਤਾਂ ਹੁਣ ਗੱਲ ਕਰਦੇ ਹਾਂ ਕੌਂਸਟੀਟਿਊਸ਼ਨਲ ਬੋਡੀਜ਼। ਤਾਂ ਉਹ ਬੋਡੀਜ਼ ਜਦੋਂ ਕੌਂਸਟੀਟਿਊਸ਼ਨ ਬਣਿਆ ਸੀਗਾ ਤਾਂ ਉਸ ਦੇ ਵਿੱਚ ਮੈਂਸ਼ਨ ਸੀਗੀਆਂ ਔਰ ਕੁਝ ਬੋਡੀਜ਼ ਨੂੰ ਆਪਾਂ ਨੇ ਕੀ ਕਰਿਆ, ਬਾਅਦ ਦੇ ਵਿੱਚ ਕਿਸੇ ਨਾ ਕਿਸੇ ਕੌਂਸਟੀਟਿਊਸ਼ਨ ਅਮੈਂਡਮੈਂਟ ਦੁਆਰਾ, ਯਾਨੀ ਕਿ ਕੌਂਸਟੀਟਿਊਸ਼ਨ ਅਮੈਂਡਮੈਂਟ ਦਾ ਆਰਟੀਕਲ ਨੰਬਰ 368 ਉਸ ਦੇ ਪ੍ਰਾਵਧਾਨ ਦੇ ਨਾਲ ਆਪਾਂ ਨੇ ਕੌਂਸਟੀਟਿਊਸ਼ਨ ਦੇ ਵਿੱਚ ਐਡ ਕਰ ਦਿੱਤਾ ਹੈ। ਤਾਂ ਉਸ ਬੋਡੀ ਨੂੰ ਕੀ ਕਹਾਂਗੇ ਆਪਾਂ,
ਕੌਂਸਟੀਟਿਊਸ਼ਨਲ ਬੋਡੀ। ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀ ਬੋਡੀ ਨੇ ਲਾਈਕ UPSC ਐਂਡ SPSC ਹੈ ਨਾ, ਤੇ ਬਹੁਤ ਸਾਰੀ ਬੋਡੀ ਜਿਵੇਂ ਕਿ ਇਲੈਕਸ਼ਨ ਕਮਿਸ਼ਨ ਹੋ ਗਿਆ, ਫਾਈਨੈਂਸ ਕਮਿਸ਼ਨ ਹੋ ਗਿਆ ਹੈ ਨਾ। ਜਿਵੇਂ ਹੁਣ ਗੱਲ ਕਰੀਏ ਅਗਰ ਆਪਾਂ, ਇੱਕ ਤਾਂ ਹੁੰਦਾ ਫਾਈਨੈਂਸ ਕਮਿਸ਼ਨ ਔਰ ਇੱਕ ਹੁੰਦਾ ਸਟੇਟ ਫਾਈਨੈਂਸ ਕਮਿਸ਼ਨ। ਇਹ ਦੋ ਵੱਖਰੀ ਵੱਖਰੀ ਕੀ ਨੇ ਆਪਣੇ ਕੋਲੇ ਬੋਡੀਜ਼ ਨੇ। ਹੁਣ ਅਗਰ ਆਪਾਂ ਗੱਲ ਕਰੀਏ ਕਿ ਵਿਚ ਆਰ ਮੈਂਸ਼ਨ ਇਨ ਕੌਂਸਟੀਟਿਊਸ਼ਨ, ਮਤਲਬ ਸ਼ੁਰੂਆਤੀ ਦੌਰ ਤੋਂ ਹੀ ਜੋ ਬੋਡੀਜ਼ ਕੀ ਨੇ ਕੌਂਸਟੀਟਿਊਸ਼ਨ ਦੇ ਵਿੱਚ ਕੀ ਨੇ ਮੈਂਸ਼ਨ ਨੇ, ਤਾਂ ਉਹਨਾਂ ਦੀ ਐਗਜ਼ਾਮਪਲ ਦੀ ਗੱਲ ਕਰੀਏ ਆਪਾਂ ਫਾਈਨੈਂਸ ਕਮਿਸ਼ਨ। ਫਾਈਨੈਂਸ ਕਮਿਸ਼ਨ ਦਾ ਕੰਮ ਕੀ ਹੁੰਦਾ ਹੈ? ਫਾਈਨੈਂਸ ਕਮਿਸ਼ਨ ਦਾ ਕੰਮ ਇਹ ਹੈ ਕਿ ਉਸਨੂੰ ਟੈਕਸ ਡਿਵਾਈਡ ਕਰਨਾ ਪਏਗਾ। ਟੈਕਸ ਡਿਵਾਈਡ ਕਰਨਾ ਹੈ ਬਿਟਵੀਨ ਸੈਂਟਰ ਔਰ ਸਟੇਟ, ਜਾਂ ਕਹਿ ਲਓ ਕਿ ਆਪਾਂ ਪੈਸੇ ਦਾ ਜੋ ਵੀ ਮਤਲਬ ਵੰਡ ਹੋਏਗੀ ਸਟੇਟ ਔਰ ਸੈਂਟਰ ਦੇ ਵਿੱਚ, ਉਸਦਾ ਸਾਰੇ ਦਾ ਸਾਰਾ ਕੰਮ ਕੌਣ ਕਰੇਗਾ? ਫਾਈਨੈਂਸ ਕਮਿਸ਼ਨ ਕਰੇਗਾ। ਬਟ ਇਹ ਚੀਜ਼ ਜੋ ਫਾਈਨੈਂਸ ਕਮਿਸ਼ਨ ਹੈ ਇਹ ਪਹਿਲਾਂ ਤੋਂ ਹੀ ਕੌਂਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਹੈ ਜਦੋਂ ਕੌਂਸਟੀਟਿਊਸ਼ਨ ਬਣਿਆ ਸੀਗਾ। ਬਟ ਇੱਕ ਹੋਰ ਨਾਮ ਬੋਡੀ ਆ ਜਾਂਦੀ ਹੈ ਜਿਵੇਂ ਕਿ ਸਟੇਟ ਫਾਈਨੈਂਸ ਕਮਿਸ਼ਨ। ਉਸ ਦਾ ਕੰਮ ਕੀ ਹੁੰਦਾ ਹੈ ਕਿ ਸਟੇਟ ਦੇ ਵਿੱਚ ਕੁਝ ਲੋਕਲ ਗਵਰਨੈਂਸ ਹੁੰਦੀ ਹੈ ਜਿਵੇਂ ਕਿ ਰੂਰਲ ਔਰ ਆਪਣੇ ਕੋਲ ਅਰਬਨ ਗਵਰਨਮੈਂਟ, ਤਾਂ ਉਹਨਾਂ ਦੇ ਵਿੱਚ ਵੀ ਕੀ ਹੁੰਦਾ ਟੈਕਸ ਦੀ ਡਿਵਾਈਡੇਸ਼ਨ ਹੁੰਦੀ ਹੈ ਕਿਸ ਕਿਸ ਵਿਚਕਾਰ? ਸਟੇਟ ਔਰ ਰੂਰਲ, ਮਤਲਬ ਸਟੇਟ ਔਰ ਜੋ ਆਪਣੇ ਕੋਲ ਲੋਕਲ ਗਵਰਨੈਂਸ ਹੁੰਦੀ ਹੈ, ਤਾਂ ਉਹਨਾਂ ਦੇ ਵਿੱਚ ਟੈਕਸ ਡਿਵਾਈਡ ਕਰਨ ਦਾ ਜੋ ਕੰਮ ਹੋਏਗਾ ਉਹ ਕੌਣ ਕਰੇਗਾ? ਜੋ ਆਪਣੇ ਕੋਲ ਸਟੇਟ ਫਾਈਨੈਂਸ ਕਮਿਸ਼ਨ ਹੈ। ਹੁਣ ਇਹ ਜੋ ਲੋਕਲ ਗਵਰਨੈਂਸ ਹੈ ਇਹ ਆਪਣੇ ਕੋਲ ਕਦੋਂ ਕੌਂਸਟੀਟਿਊਸ਼ਨ ਦੇ ਵਿੱਚ ਆਈ ਸੀਗਾ? ਜਦੋਂ ਆਪਣੇ ਕੋਲੇ 73rd ਔਰ 74 ਕੌਂਸਟੀਟਿਊਸ਼ਨ ਅਮੈਂਡਮੈਂਟ ਹੋਇਆ ਸੀਗਾ, ਜਿਸ ਦੇ ਦੁਆਰਾ ਆਪਣੇ ਕੋਲੇ ਮਿਊਨਿਸਪੈਲਿਟੀ ਐਂਡ ਜੋ ਆਪਣੇ ਕੋਲੇ ਪੰਚਾਇਤ ਬਿਕਮ ਪਾਰਟ ਆਫ ਇੰਡੀਅਨ ਕੌਂਸਟੀਟਿਊਸ਼ਨ, ਯਾਨੀ ਕਿ ਜੋ ਆਪਣੇ ਕੋਲੇ ਪਾਰਟ ਬਣੇ ਸੀ। ਤਾਂ ਇਟ ਮੀਨਸ ਅਗਰ ਕੌਂਸਟੀਟਿਊਸ਼ਨ ਦੇ ਵਿੱਚ ਬਾਅਦ ਦੇ ਵਿੱਚ ਐਡ ਹੋਈਆਂ ਨੇ ਤਾਂ ਉਸ ਤੋਂ ਬਾਅਦ ਹੀ ਫਿਰ ਇਸ ਦਾ ਜੋ ਸਟੇਟ ਫਾਈਨੈਂਸ ਕਮਿਸ਼ਨ ਇਸ ਦਾ ਰੋਲ ਪਲੇ ਹੋਏਗਾ। ਤਾਂ ਇਟ ਮੀਨਸ ਇੱਕ ਐਗਜ਼ਾਮਪਲ ਹੋਰ ਮਿਲ ਗਈ ਆਪਾਂ ਨੂੰ ਕਿ ਜੋ ਸਟੇਟ ਫਾਈਨੈਂਸ ਕਮਿਸ਼ਨ ਹੈ ਉਹ ਬਾਅਦ ਦੇ ਵਿੱਚ ਸੈਟਅਪ ਕੀਤਾ ਗਿਆ ਹੈ, ਠੀਕ ਹੈ, ਔਰ ਜੋ ਆਪਣੇ ਕੋਲੇ ਫਾਈਨੈਂਸ ਕਮਿਸ਼ਨ ਹੈ ਉਹ ਆਪਣੇ ਕੋਲੇ ਪਹਿਲਾਂ ਹੀ ਮੈਂਸ਼ਨ ਕੀਤਾ ਹੋਇਆ। ਚਲੋ, ਤਾਂ ਹੁਣੇ ਆਪਾਂ ਨੇ ਕੀਤੀਆਂ ਸੀਗੀਆਂ ਕਿ ਆਪਣੇ ਕੋਲੇ ਦੋ ਤਰੀਕੇ ਦੀ ਆਰਗੇਨਾਈਜੇਸ਼ਨ ਨੇ ਆਪਣੇ ਕੋਲੇ ਕੌਂਸਟੀਟਿਊਸ਼ਨ ਔਰ ਨੋਨ ਕੌਂਸਟੀਟਿਊਸ਼ਨਲ ਬੋਡੀਜ਼। ਤਾਂ ਉਹਨਾਂ ਦੇ ਵਿੱਚ ਹੀ ਆਪਣੇ ਕੋਲੇ ਇੱਕ ਜਿਹੜੀ ਨੋਨ ਕੌਂਸਟੀਟਿਊਸ਼ਨਲ ਬੋਡੀ ਸੀਗੀਆਂ ਤਾਂ ਉਹਨਾਂ ਦੀ ਹੀ ਕੁਝ ਐਗਜ਼ਾਮਪਲਸ ਨੇ, ਜਿਵੇਂ ਕਿ ਆਪਾਂ ਨੇ ਗੱਲ ਕੀਤੀ ਸੀਗੀ ਐਗਜ਼ੀਕਿਊਟਿਵ ਬੋਡੀਜ਼ ਵਿਚ ਆਰ ਸੈਟ ਅਪ ਬਾਏ ਗਵਰਨਮੈਂਟ ਆਫ ਇੰਡੀਆ ਐਂਡ ਐਨੀ ਮਿਨਿਸਟਰੀ ਆਫ ਇੰਡੀਆ। ਤਾਂ ਉਹਨਾਂ ਦੀ ਹੀ ਕੁਝ ਐਗਜ਼ਾਮਪਲਸ ਨੇ, ਜਿਵੇਂ ਕਿ ਆਪਣੇ ਕੋਲੇ ਕੀ ਹੋ ਗਿਆ, ਮੈਂ ਹੁਣੇ ਡਿਸਕਸ ਕਰਕੇ ਹਟਿਆ ਸੀਗਾ ਕਿ ਆਪਣੇ ਕੋਲੇ ਸ਼ੁਰੂਆਤੀ ਦੌਰ ਦੇ ਵਿੱਚ ਪਲੈਨਿੰਗ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦਾ ਇੱਕ ਪਾਰਟ ਸੀਗਾ ਜੋ ਕਿ 5 ਈਅਰ ਪਲਾਨ ਬਣਾਉਂਦਾ ਸੀਗਾ। ਤਾਂ ਉਸ ਨੂੰ ਹੀ ਰਿਪਲੇਸ ਕਰਨ ਤੋਂ ਬਾਅਦ ਜੋ ਆਪਣੇ ਕੋਲ BJP ਗਵਰਨਮੈਂਟ ਆਈ ਉਸਨੇ ਕੀ ਬਣਾਇਆ ਹੈ? ਨੀਤੀ ਆਯੋਗ। ਤਾਂ ਦੂਸਰੀ ਐਗਜ਼ਾਮਪਲ ਹੈ ਨੈਸ਼ਨਲ ਡਿਵੈਲਪਮੈਂਟ ਕਾਊਂਸਿਲ। ਤਾਂ ਤੀਸਰੀ ਹੈ ਸਟਾਫ ਸਿਲੈਕਸ਼ਨ ਕਮਿਸ਼ਨ SSC, ਪਤਾ ਹੀ ਹੋਏਗਾ ਸਾਰਿਆਂ ਨੂੰ ਇਸ ਬਾਰੇ। ਔਰ ਇੱਕ ਹੋਰ ਆਪਣੇ ਕੋਲ ਹੈ CBI। ਤਾਂ ਇਹ ਸਾਰੀ ਇੱਕ ਸੀਗੀਆਂ ਐਗਜ਼ਾਮਪਲ ਸੀਗੀਆਂ ਐਗਜ਼ੀਕਿਊਟਿਵ ਬੋਡੀ। ਮਤਲਬ ਜਦੋਂ ਹੀ ਇਹਨਾਂ ਦਾ ਨਾਮ ਆਇਆ ਤਾਂ ਆਪਾਂ ਨੇ ਇੱਕ ਹੀ ਗੱਲ ਕਹਿਣੀ ਹੈ ਕਿ ਇਹ ਜੋ ਜਿੰਨੀਆਂ ਵੀ ਬੋਡੀਜ਼ ਨੇ ਇਹਨਾਂ ਨੂੰ ਖਤਮ ਵੀ ਕੌਣ ਕਰੇਗਾ? ਗਵਰਨਮੈਂਟ ਆਫ ਇੰਡੀਆ, ਐਂਡ ਬਣਾਏਗਾ ਵੀ ਕੌਣ? ਗਵਰਨਮੈਂਟ ਆਫ ਇੰਡੀਆ। ਬਟ ਜਦੋਂ ਹੀ ਗੱਲ ਕੀ ਆ ਜਾਏ ਆਪਣੇ ਕੋਲੇ ਸਟੈਚੂਰਰੀ ਬੋਡੀ, ਮਤਲਬ ਗਵਰਨਮੈਂਟ ਆਫ ਇੰਡੀਆ। ਬਟ ਜਦੋਂ ਹੀ ਆਪਣੇ ਕੋਲ ਗੱਲ ਆਏ ਕਿਸ ਦੀ? ਸਟੈਚੂਰਰੀ ਬੋਡੀ ਦੀ, ਤਾਂ ਇਹਨਾਂ ਦੇ ਵਿੱਚ ਕੌਣ ਕੌਣ ਰੋਲ ਪਲੇ ਕਰੇਗਾ? ਰਾਜ ਸਭਾ, ਲੋਕ ਸਭਾ ਪਲੱਸ ਪ੍ਰੈਜ਼ੀਡੈਂਟ। ਤਾਂ ਮਤਲਬ ਇਹਨਾਂ ਨੂੰ ਬਣਾਉਣ ਦੇ ਵਿੱਚ ਕੌਣ ਰੋਲ ਪਲੇ ਕਰੇਗਾ? ਰਾਜ ਸਭਾ, ਲੋਕ ਸਭਾ ਔਰ ਪ੍ਰੈਜ਼ੀਡੈਂਟ। ਜਿਵੇਂ ਕਿ ਇੱਕ ਨੋਰਮਲ ਬਿੱਲ ਔਰ ਜਿਸ ਵੀ ਕਿਸਮ ਦਾ ਬਿੱਲ ਹੋਏਗਾ ਉਸ ਦੁਆਰਾ ਬਿੱਲ ਪੇਸ਼ ਕਰਕੇ ਇਸ ਨੂੰ ਪਾਸ ਕਰਾ ਕੇ ਇਸ ਨੂੰ ਬਣਾ ਦਿੱਤਾ ਜਾਏਗਾ। ਤਾਂ ਉਸਦੀ ਇੱਕ ਐਗਜ਼ਾਮਪਲ ਹੈ RBI, ਰਿਜ਼ਰਵ ਬੈਂਕ ਆਫ ਇੰਡੀਆ, ਨਾਬਾਰਡ, SEBI, ਟਰਾਈ, ਏਡਾ, ਚੀਫ ਇਨਫੋਰਮੇਸ਼ਨ ਕਮਿਸ਼ਨ, ਸਟੇਟ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਹੈ ਨਾ, ਤਾਂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ, ਤਾਂ ਵੂਮਨ ਕਮਿਸ਼ਨ। ਇਹ ਕੀ ਨੇ ਆਪਣੇ ਐਗਜ਼ਾਮਪਲਸ ਨੇ ਸਾਰੀਆਂ ਇਹਨਾਂ ਦੀਆਂ, ਠੀਕ ਹੈ। ਤਾਂ ਇਹ ਕੀ ਨੇ ਆਪਣੇ ਕੋਲ ਕੁਝ ਐਗਜ਼ਾਮਪਲ ਨੇ ਸਟੈਚੂਰਰੀ ਬੋਡੀ ਜਿਨ੍ਹਾਂ ਨੂੰ ਕੌਣ ਬਣਾਏਗਾ? ਰੂਲਿੰਗ ਪਾਰਟੀ ਵੀ ਪਾਰਟੀਸਪੇਟ ਕਰੇਗੀ ਔਰ ਆਪੋਜੀਸ਼ਨ ਵੀ ਪਾਰਟੀਸਪੇਟ ਕਰੇਗੀ। ਇਸ ਨੂੰ ਨੋਰਮਲ ਬਿੱਲ ਦੀ ਤਰ੍ਹਾਂ ਕੀ ਵੀ ਕਰਾਇਆ ਜਾਏਗਾ? ਪਾਸ ਕਰਵਾਉਣ ਤੋਂ ਬਾਅਦ ਬਣਾ ਦਿੱਤਾ ਜਾਏਗਾ। ਜਿਵੇਂ ਕਿ ਆਪਾਂ ਨੇ ਹੁਣੇ ਡਿਸਕਸ ਕਰਕੇ ਹਟੇ ਹਾਂ ਕਿ ਆਪਣੇ ਕੋਲ ਨੋਨ ਕੌਂਸਟੀਟਿਊਸ਼ਨਲ ਬੋਡੀਜ਼ ਦੀਆਂ ਦੋ ਆਪਣੇ ਕੋਲੇ ਟਾਈਪ ਸੀਗੀਆਂ, ਤਾਂ ਉਹਦੇ ਵਿੱਚ ਸਟੈਚੂਰਰੀ ਬੋਡੀ ਐਂਡ ਐਗਜ਼ੀਕਿਊਟਿਵ ਬੋਡੀ ਦੀ ਆਪਾਂ ਨੇ ਗੱਲ ਕੀਤੀ ਸੀਗੀ। ਤਾਂ ਸੇਮ ਵੇ ਦੇ ਨਾਲ ਆਪਾਂ ਕੀ ਕਰਦੇ ਹਾਂ, ਕੁਝ
ਕੌਂਸਟੀਟਿਊਸ਼ਨਲ ਬੋਡੀਜ਼ ਦੀ ਕੀ ਕਰਦੇ ਹਾਂ ਆਪਾਂ ਐਗਜ਼ਾਮਪਲ ਬਾਰੇ ਡਿਸਕਸ ਕਰਦੇ ਹਾਂ। ਜਿਵੇਂ ਕਿ ਆਪਾਂ ਪਹਿਲਾਂ ਹੀ ਬੋਲ ਕੇ ਹਟੇ, ਜਿਵੇਂ ਕਿ UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਐਂਡ SPSC ਸਟੇਟ ਪਬਲਿਕ ਸਰਵਿਸ ਕਮਿਸ਼ਨ। ਇਹਨਾਂ ਦਾ ਕੰਮ ਕੀ ਹੈ ਕਿ ਆਪਣੇ ਕੋਲ ਜੋ ਸੈਂਟਰ ਲੈਵਲ ਦੇ A ਔਰ B ਗ੍ਰੇਡ ਦੇ ਜੋ ਵੀ ਐਗਜ਼ਾਮੀਨੇਸ਼ਨ ਨੇ ਔਰ ਸੈਂਟਰ ਲੈਵਲ ਦੇ ਜੋ SPSC ਉਹ ਸੈਂਟਰ ਲੈਵਲ ਦੇ A ਔਰ B+ ਦੇ ਜਿੰਨੇ ਵੀ ਕੀ ਨੇ ਆਪਣੇ ਕੋਲ ਐਗਜ਼ਾਮੀਨੇਸ਼ਨ ਨੇ ਉਹਨਾਂ ਨੂੰ ਕੰਡਕਟ ਕਰਦੇ ਨੇ। ਬਟ ਕੀ ਹੈ ਇਹਨਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਸੈਂਟਰ ਔਰ ਸਟੇਟ, ਤਾਂ ਇਵੇਂ ਹੀ ਇੱਕ ਆਪਣੇ ਕੋਲ ਕੀ ਆਉਂਦੀ ਹੈ JPSC ਜੁਆਇੰਟ ਪਬਲਿਕ ਸਰਵਿਸ ਕਮਿਸ਼ਨ। ਬਟ ਇਹ ਕੀ ਹੈ, ਇੱਕ ਸਟੈਚੂਟਰੀ ਬੋਡੀ ਹੈ, ਸਟੈਚੂਟਰੀ ਬੋਡੀ ਹੈ ਹਾਂ। ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਪਾਰਲੀਮੈਂਟ ਦੁਆਰਾ, ਠੀਕ ਹੈ, ਇਹ ਪਾਰਲੀਮੈਂਟ ਦੁਆਰਾ ਹੀ ਬਣਾਈ ਜਾਏਗੀ, ਪਾਰਲੀਮੈਂਟ ਦੁਆਰਾ ਹੀ ਬਣਾਈ ਜਾਏਗੀ। ਯਾਨੀ ਕਿ ਇਸ ਦੇ ਵਿੱਚ ਕੌਣ ਪਾਰਟਿਸਿਪੇਟ ਕਰੇਗਾ, ਰੂਲਿੰਗ ਕਰੇਗੀ, ਓਪੋਜੀਸ਼ਨ ਕਰੇਗੀ ਔਰ ਪ੍ਰੈਜ਼ੀਡੈਂਟ ਇਸ ਨੂੰ ਬਣਾਉਣ ਦੇ ਵਿੱਚ ਪਾਰਟਿਸਿਪੇਟ ਕਰੇਗਾ। ਮਤਲਬ ਕੀ ਹੈ, ਐਗਜ਼ਾਮਪਲ ਦੇ ਤੌਰ 'ਤੇ ਅਗਰ ਆਪਾਂ ਗੱਲ ਕਰੀਏ ਕਿ ਅਗਰ ਕਿਸੇ ਵੀ ਦੋ ਸਟੇਟ ਦਾ ਅਗਰ ਆਪਾਂ ਨੇ ਇੱਕ ਜੁਆਇੰਟ ਸਰਵਿਸ ਕਮਿਸ਼ਨ ਬਣਾਉਣਾ ਹੋਏ ਤਾਂ ਉਸ ਦੇ ਲਈ ਇਹ ਚੀਜ਼ ਯੂਜ਼ ਹੋਏਗੀ। ਮਤਲਬ ਜਿਵੇਂ ਅਗਰ ਆਪਾਂ ਐਗਜ਼ਾਮਪਲ ਦੀ ਗੱਲ ਕਰੀਏ ਕਿ ਮੰਨ ਲਓ ਇੱਕ ਪੰਜਾਬ ਸਟੇਟ ਹੈ ਔਰ ਇੱਕ ਹਰਿਆਣਾ ਸਟੇਟ ਹੈ, ਤਾਂ ਉਸ ਦੇ ਵਿੱਚ ਅਲੱਗ-ਅਲੱਗ ਬੋਡੀਆਂ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚ ਐਗਜ਼ਾਮ ਕੰਡਕਟ ਕਰਨ ਦੇ ਲਈ। ਅਗਰ ਸਪੋਜ਼ ਕਰੋ ਆਪਾਂ ਨੇ ਕੀ ਕਰਨਾ ਹੋਏ, ਇਹਨਾਂ ਨੂੰ ਇੱਕ ਹੀ ਬੋਡੀ ਦੇ ਅੰਡਰ ਇਹਨਾਂ ਦੇ ਐਗਜ਼ਾਮੀਨੇਸ਼ਨ ਕੰਡਕਟ ਕਰਵਾਉਣੇ ਹੋਣ, ਯਾਨੀ ਕਿ ਦੋ ਸਟੇਟ ਦੀ ਇੱਕ ਸੇਮ ਆਪਣੇ ਕੋਲ ਜੋ ਬੋਡੀ ਹੋਏਗੀ ਐਗਜ਼ਾਮ ਕੰਡਕਟ ਕਰਨ ਵਾਲੀ, ਉਸ ਨੂੰ ਕੀ ਬੋਲਾਂਗੇ ਆਪਾਂ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ। ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਇਹ ਰਿਲੇਟ ਕਿਸ ਨਾਲ ਕਰੇਗੀ ਆਪਣੇ ਕੋਲੇ UPSC ਸੈਂਟਰ, SPSC ਸਟੇਟ। ਔਰ ਅਗਰ ਦੋ ਸਟੇਟ ਨੂੰ ਮਿਲਾ ਕੇ ਅਗਰ ਆਪਾਂ ਨੇ ਕੋਈ ਆਪਣੇ ਕੋਲ ਬੋਡੀ ਬਣਾਉਣੀ ਹੈ ਜੋ ਉਹਨਾਂ ਦੇ ਐਗਜ਼ਾਮ ਕੰਡਕਟ ਕਰੇਗੀ, ਉਹ ਕੌਣ ਸੀ ਹੋਏਗੀ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ। ਆਪਾਂ ਇਸ ਦੇ ਬਾਰੇ ਅੱਗੇ ਜਾ ਕੇ ਗੱਲ ਵੀ ਕਰਾਂਗੇ। ਔਰ ਦੂਸਰੀ ਐਗਜ਼ਾਮਪਲ ਕੀ ਹੈ, CAG ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ, ਯਾਨੀ ਕਿ CAG ਇਹ ਕੀ ਹੈ ਆਪਣੇ ਕੋਲ ਆਰਟੀਕਲ ਨੰਬਰ 148 ਦੇ ਵਿੱਚ ਵੀ ਆਉਂਦਾ ਹੈ। ਇਹ ਵੀ ਕੀ ਹੈ ਆਪਣੇ ਕੋਲ ਇੱਕ ਕੌਂਸਟੀਟਿਊਸ਼ਨਲ ਬੋਡੀ ਹੈ, ਠੀਕ ਹੈ। ਤਾਂ ਜਿਵੇਂ ਹੀ ਆਪਾਂ ਗੱਲ ਕਰਦੇ ਹਾਂ ਇਲੈਕਸ਼ਨ ਕਮਿਸ਼ਨ, ਜਿਵੇਂ ਕਿ ਆਪਣੇ ਕੋਲ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਆ, ਠੀਕ ਹੈ, ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੁੰਦੇ ਆ, ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੁੰਦੇ ਹਨ ਔਰ ਆਪਣੇ ਕੋਲ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨ ਹੁੰਦੇ ਹਨ। ਉਹ ਸਾਰੇ ਦੇ ਸਾਰੇ ਵੱਖਰੇ ਵੱਖਰੇ ਜੋ ਆਪਣੇ ਕੋਲ ਇਲੈਕਸ਼ਨ ਹੋਣਗੇ ਉਹਨਾਂ ਦੇ ਕੰਡਕਟ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੋਏਗੀ ਆਪਣੇ ਕੋਲ ਇਲੈਕਸ਼ਨ ਕਮਿਸ਼ਨ ਦੀ, ਆਰਟੀਕਲ ਨੰਬਰ 324, ਠੀਕ ਹੈ। ਔਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਗਰ ਆਪਾਂ ਹੁਣ ਅਗਰ ਇਹ ਦੇਖੋ ਨਾ, ਇਸ ਦੇ ਨਾਲ ਕੀ ਲੱਗਿਆ ਹੋਇਆ ਕਿ ਇਟ ਮੀਨਸ ਇਹ ਕੀ ਹੋਇਆ ਹੈ ਬਾਅਦ ਦੇ ਵਿੱਚ ਐਡ ਕੀਤਾ ਗਿਆ। ਤਾਂ ਇਹ ਕੀ ਹੈ ਸਟੇਟ ਇਲੈਕਸ਼ਨ ਕਮਿਸ਼ਨ, ਯਾਨੀ ਕਿ ਸਟੇਟ ਦੇ ਵਿੱਚ ਜਿੰਨੀਆਂ ਵੀ ਲੋਕਲ ਗਵਰਨੈਂਸ ਨੇ, ਜਿਵੇਂ ਕਿ ਰੂਰਲ ਗਵਰਨਮੈਂਟ ਹੈ ਆਪਣੇ ਕੋਲੇ, ਪੰਚਾਇਤ ਨੇ ਆਪਣੇ ਕੋਲੇ, ਮਿਊਨਸਿਪੈਲਿਟੀਜ਼ ਨੇ, ਮਿਊਨਸੀਪਲ ਕਾਰਪੋਰੇਸ਼ਨ ਨੇ, ਠੀਕ ਹੈ, ਵੱਖੋ ਵੱਖਰੇ ਤਰੀਕੇ ਦੀ ਅਰਬਨ ਗਵਰਨਮੈਂਟ ਨੇ ਔਰ ਰੂਰਲ ਗਵਰਨਮੈਂਟ ਨੇ। ਉਹਨਾਂ ਦੇ ਜਿੰਨੇ ਵੀ ਇਲੈਕਸ਼ਨਸ ਨੇ ਉਹਨਾਂ ਨੂੰ ਕੰਡਕਟ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ ਸਟੇਟ ਇਲੈਕਸ਼ਨ ਕਮਿਸ਼ਨ। ਔਰ ਇਹ ਐਡ ਕਦੋਂ ਕੀਤਾ ਗਿਆ ਆਪਾਂ ਨੇ ਯਾਦ ਕਰੋ, ਜਦੋਂ ਆਪਾਂ ਨੇ 11th ਔਰ 12th ਸ਼ਡਿਊਲ ਯਾਨੀ ਕਿ 73rd ਕੌਂਸਟੀਟਿਊਸ਼ਨ ਅਮੈਂਡਮੈਂਟ 1992 ਨੂੰ ਆਪਾਂ ਨੇ ਦੋ ਕੌਂਸਟੀਟਿਊਸ਼ਨ ਅਮੈਂਡਮੈਂਟ ਕੀਤੀਆਂ ਸੀਗੀਆਂ, ਜਿਸ ਦੇ ਨਾਲ ਆਪਾਂ ਨੇ ਕੀ ਕੀਤਾ ਸੀਗਾ ਐਡ ਕੀਤੇ ਸੀਗੇ ਆਪਣੇ ਕੋਲੇ ਪੰਚਾਇਤ ਔਰ ਮਿਊਨਸੀਪੈਲਿਟੀ। ਤਾਂ ਉਸ ਸਮੇਂ ਹੀ ਆਪਾਂ ਨੇ ਕੀ ਕੀਤਾ ਸੀਗਾ, ਇਸ ਨੂੰ ਬਣਾਇਆ ਸੀਗਾ। ਤਾਂ ਫਾਈਨੈਂਸ ਕਮਿਸ਼ਨ ਆਪਾਂ ਡਿਸਕਸ ਕਰਕੇ ਆਇਆ ਹੁਣੇ ਕਿ ਸਟੇਟ ਔਰ ਸੈਂਟਰ ਦੇ ਵਿੱਚ ਜਿੰਨੇ ਵੀ ਆਪਣੇ ਕੋਲ ਟੈਕਸ ਜਾਂ ਕਹਿ ਲਓ ਪੈਸੇ ਦੀ ਵੰਡ ਹੋਏਗੀ ਉਹ ਕੌਣ ਕਰੇਗਾ, ਫਾਈਨੈਂਸ ਕਮਿਸ਼ਨ। ਔਰ ਨਾਲ ਦੀ ਨਾਲ ਅਗਰ ਆਪਾਂ ਗੱਲ ਕਰੀਏ ਸਟੇਟ ਫਾਈਨੈਂਸ ਕਮਿਸ਼ਨ, ਤਾਂ ਇਹ ਵੀ ਆਪਾਂ ਨੇ ਕੀ ਕਰਿਆ ਹੋਇਆ ਹੈ ਬਾਅਦ ਦੇ ਵਿੱਚ ਐਡ ਕਰਿਆ ਹੋਇਆ ਹੈ। ਤਾਂ SC ST ਕਮਿਸ਼ਨ ਹੈ ਨਾ, ਤਾਂ ਜਿੰਨੇ ਵੀ ਆਪਣੇ ਕੋਲ ਸ਼ੈਡਿਊਲ ਕਾਸਟ ਦੇ ਔਰ ਸ਼ੈਡਿਊਲ ਟਰਾਈਬ ਦੇ ਲਈ ਜੋ ਵੀ ਕੰਮ ਕਰਨਗੇ, ਉਹਨਾਂ ਦੇ ਜਿੰਨੇ ਵੀ ਕੰਮਕਾਰ ਹੋਣਗੇ, ਠੀਕ ਹੈ, ਉਹਨਾਂ ਨੂੰ ਕਿਵੇਂ ਉਹਨਾਂ ਦੇ ਜੀਵਨ ਪੱਧਰ ਨੂੰ ਉੱਪਰ ਚੱਕਣਾ ਜਾਂ ਕਹਿ ਲਓ ਜਿਵੇਂ ਵੀ ਉਹਨਾਂ ਦੇ ਪੋਲਿਸੀਆਂ ਬਣਨਗੀਆਂ ਉਹਨਾਂ ਦੇ ਲਈ ਕੀ ਬਣਾਏ ਗਏ ਨੇ, ਕਮਿਸ਼ਨਸ ਬਣਾਏ ਗਏ ਨੇ। ਤਾਂ ਉਹ ਕਮਿਸ਼ਨ ਵੀ ਸ਼ੁਰੂਆਤੀ ਦੌਰ ਦੇ ਵਿੱਚ ਕੀ ਸੀਗੇ, ਸ਼ਾਮਿਲ ਸੀਗੇ ਆਪਣੇ ਕੋਲੇ ਕੌਂਸਟੀਟਿਊਸ਼ਨ ਦੇ ਵਿੱਚ। ਔਰ ਕੁਛ ਆਪਣੇ ਬਾਅਦ ਇਹ ਤਾਂ ਰੀਸੈਂਟਲੀ ਐਡ ਹੋਏ ਨੇ, ਠੀਕ ਹੈ, OBC ਕਮਿਸ਼ਨ ਤਾਂ ਆਪਣੇ ਕੋਲ ਹੁਣੇ ਐਡ ਹੋਏ ਨੇ, ਠੀਕ ਹੈ। ਤਾਂ ਇਹ ਆਪਣੇ ਕੋਲ ਕੀ ਨੇ ਆਰਟੀਕਲ ਨੰਬਰ 338A ਔਰ 338B ਇਹ ਆਪਣੇ ਕੋਲ ਕੀ ਨੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਕੀ ਨੇ ਸ਼ਾਮਿਲ ਨੇ। ਤਾਂ ਇਹ ਸੀਗੇ ਕੁਝ ਐਗਜ਼ਾਮਪਲ ਕਿਸ ਦੀਆਂ ਕੌਂਸਟੀਟਿਊਸ਼ਨਲ ਬੋਡੀਜ਼ ਦੀ। ਤਾਂ ਇਹ ਇੰਪੋਰਟੈਂਟ ਹੈ, ਠੀਕ ਹੈ। ਆਪਾਂ ਕੀ ਕਰਾਂਗੇ ਹੁਣ, ਆਪਾਂ ਇਕੱਲੀ ਇਸ ਜੋ ਵੀ ਕਮਿਸ਼ਨ ਆਪਣੇ ਕੋਲ ਬੋਡੀਜ਼ ਨੇ ਬਣਾਈਆਂ ਨੇ, ਆਪਾਂ ਇਹਨਾਂ ਬਾਰੇ ਡਿਸਕਸ ਕਰਾਂਗੇ ਕਿ ਇਹਨਾਂ ਦੀ ਅਪਾਇੰਟਮੈਂਟ ਕਿਵੇਂ ਹੁੰਦੀ ਹੈ, ਕਿਸ ਪਾਰਟ 'ਚ ਨੇ, ਇਹਨਾਂ ਦੇ ਰਿਗਾਰਡਿੰਗ ਆਰਟੀਕਲ ਕੁਝ ਜੋ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਆਪਾਂ ਉਹ ਡਿਸਕਸ ਕਰਾਂਗੇ। ਔਰ ਡਿਸਕਸ ਵੀ ਇਸ ਤਰੀਕੇ ਨਾਲ ਕਰਾਂਗੇ ਆਪਣਾ ਕਿ ਕਿਸੇ ਮਰਜ਼ੀ ਲੈਵਲ ਦਾ ਐਗਜ਼ਾਮ ਆਏ, ਪੰਜਾਬ ਆਏ, ਹਰਿਆਣਾ ਆਏ, SSC ਆਏ, ਠੀਕ ਹੈ, ਈਵਨ ਕਿ ਆਪਾਂ ਇਸ ਤੋਂ ਥੋੜ੍ਹਾ ਉੱਪਰ ਉੱਠ ਕੇ ਤਾਂ ਵੱਡੇ ਲੈਵਲ ਦੇ ਐਗਜ਼ਾਮ ਦੇ ਵਿੱਚ ਵੀ ਆਪਾਂ ਉਹ ਕੁਐਸਚਨ ਆਪਣੇ ਤੋਂ ਬਣ ਪਾਏ, ਇਸ ਲੈਵਲ ਦਾ ਆਪਾਂ ਕੀ ਕਰਾਂਗੇ ਡਿਸਕਸ ਕਰਾਂਗੇ।